ਅੱਜ ਅਸੀਂ ਪੜ੍ਹਾਂਗੇ 10ਵੀਂ ਸ਼੍ਰੇਣੀ ਦੀ ਕਿਤਾਬ ਸਵਾਗਤ ਜ਼ਿੰਦਗੀ ਦਾ ਲੈਸਨ ਨੰਬਰ 7 ਫੈਸਲੇ ਲੈਣ ਦੀ ਕਲਾ। ਇਸ ਚੈਪਟਰ ਦੇ ਵਿੱਚ ਰਾਈਟਰ ਨੇ ਇਹ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਫੈਸਲੇ ਕਿਵੇਂ ਲੈਣੇ ਆ। ਫੈਸਲੇ ਲੈਣ ਦੀ ਯੋਗਤਾ। ਪਹਿਲਾ ਟੌਪਿਕ ਹੈਗਾ ਭਵਿੱਖ ਲਈ ਕਿੱਤੇ ਦੀ ਚੋਣ। ਬੰਦਾ ਜਦੋਂ ਕਰੇ ਮਨ ਭਾਉਂਦਾ ਰੁਜ਼ਗਾਰ, ਆਪ ਰਹੇ ਖੁਸ਼, ਖੁਸ਼ੀ ਵਸੇ ਪਰਿਵਾਰ। ਜੀਵਨ ਨਿਰਬਾਹ ਲਈ ਹਰੇਕ ਵਿਅਕਤੀ ਨੂੰ ਕੋਈ ਨਾ ਕੋਈ ਕੰਮ ਕਰਨਾ ਪੈਂਦਾ ਹੈ। ਜੋ ਸਾਡੇ ਕੋਲ ਆਪਣੀ ਮਨਪਸੰਦ ਦਾ ਕੰਮ ਹੋਵੇ ਤਾਂ ਸਾਨੂੰ ਪੈਸੇ ਦੇ ਨਾਲ ਨਾਲ ਉਸ ਕੰਮ ਨੂੰ ਕਰਕੇ ਜੋ ਖੁਸ਼ੀ ਅਤੇ ਚਾਅ ਮਿਲਦਾ ਹੈ, ਉਸ ਵਰਗਾ ਹੋਰ ਕੋਈ ਆਨੰਦ ਨਹੀਂ। ਇਸ ਲਈ 10ਵੀਂ ਜਮਾਤ ਅਜਿਹਾ ਪੜਾਅ ਹੈ ਜਦੋਂ ਅਸੀਂ ਫੈਸਲਾ ਕਰਨਾ ਹੈ ਕਿ ਮੈਂ ਕਿਸ ਕਿੱਤੇ ਵੱਲ ਜਾਣ ਲਈ ਅੱਗੇ ਕਿਸ ਪੜ੍ਹਾਈ ਜਾਂ ਕੋਰਸ ਦੀ ਚੋਣ ਕਰਨੀ ਹੈ। ਮੈਂ ਇਸ ਬਾਰੇ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕਰਦਾ ਹਾਂ। ਅਵੀ ਇੱਕ ਮੱਧ ਵਰਗੀ ਕਿਸਾਨ ਪਰਿਵਾਰ ਨਾਲ ਸੰਬੰਧਿਤ ਲੜਕਾ ਸੀ ਜੋ 10ਵੀਂ ਜਮਾਤ ਵਿੱਚ ਪੜ੍ਹਦਾ ਸੀ। ਘਰ ਜਾਂ ਸਕੂਲ ਵਿੱਚ ਜਦੋਂ ਵੀ ਕੋਈ ਗੱਲ ਕਰਦਾ ਕਿ ਤੁਸੀਂ ਕਿਹੜਾ ਕਿੱਤਾ ਚੁਣਨਾ ਪਸੰਦ ਕਰੋਗੇ ਤਾਂ ਉਸ ਦੇ ਅੱਗੇ ਇਹ ਵਿਚਾਰ ਘੁੰਮਣ ਲੱਗਦੇ। ਉਸ ਦੇ ਗੁਆਂਢ ਵਿੱਚ ਇੱਕ ਪਰਿਵਾਰ ਸੀ ਜਿਸ ਕੋਲ 5 ਗੱਡੀਆਂ ਸੀ। ਉਹਨਾਂ ਨੂੰ ਗੱਡੀਆਂ ਤੋਂ ਵਧੀਆ ਆਮਦਨ ਸੀ। ਅਵੀ ਵੀ ਸੋਚਦਾ ਕਿ ਵੱਡਾ ਹੋ ਕੇ ਇਹੀ ਕੰਮ ਕਰੇਗਾ। ਸਕੂਲ ਵਿੱਚ ਇੱਕ ਦਿਨ ਨਾਟਕ ਕਰਨ ਵਾਲੀ ਟੀਮ ਆਈ। ਇੱਕ ਛੋਟੇ ਕੱਦ ਦੇ ਅਦਾਕਾਰ ਨੇ ਨਾਟਕ ਅਤੇ ਗੀਤ ਗਾ ਕੇ ਸਾਰੇ ਵਿਦਿਆਰਥੀਆਂ ਦਾ ਮਨ ਮੋਹ ਲਿਆ। ਅਵੀ ਨੂੰ ਪੂਰਾ ਯਕੀਨ ਸੀ ਕਿ ਉਹ ਇਸ ਵਿਦਿਆਰਥੀ ਤੋਂ ਵਧੀਆ ਗਾ ਸਕਦਾ ਹੈ, ਨਾਟਕ ਕਰ ਸਕਦਾ ਹੈ, ਕਿਉਂਕਿ ਉਹ ਵੀ ਮਿਡਲ ਸਕੂਲ ਵਿੱਚ ਰਾਜ ਪੱਧਰ ਤੱਕ ਨਾਟਕ ਕਰਦਾ ਅਤੇ ਗੀਤ ਗਾਉਂਦਾ ਰਿਹਾ ਹੈ। ਉਸ ਨੂੰ ਕਿਤਾਬਾਂ ਪੜ੍ਹ ਕੇ ਬਹੁਤ ਖੁਸ਼ੀ ਮਿਲਦੀ ਹੈ। ਉਸ ਦੇ ਪਿੰਡ ਵਿੱਚ ਇੱਕ ਵੱਡੀ ਦੁਕਾਨ ਸੀ। ਉਹ ਜਦੋਂ ਉੱਥੇ ਸੌਦਾ ਲੈਣ ਜਾਂਦਾ ਤਾਂ ਦੁਕਾਨ 'ਤੇ ਗਾਹਕਾਂ ਦੀ ਭੀੜ ਅਤੇ ਦੁਕਾਨਦਾਰ ਦੇ ਹੱਥਾਂ ਵਿੱਚ ਨੋਟ ਫੜੇ ਦੇਖਦਾ ਤਾਂ ਸੋਚਦਾ, ਯਾਰ ਇਹ ਕੰਮ ਕਿੰਨਾ ਵਧੀਆ ਹੈ। ਉਹਨਾਂ ਦੇ ਘਰ ਦੀ ਖੇਤੀ ਹੈ। ਉਹ ਮਾਂ-ਬਾਪ ਨਾਲ ਖੇਤ ਦੇ ਕੰਮ ਵੀ ਕਰਾਉਂਦਾ ਹੈ, ਫਸਲ ਵੇਚਣ ਪਿੱਛੋਂ ਪੈਸੇ ਵੀ ਗਿਣਦਾ ਹੈ, ਪਰ ਇਹ ਆਮਦਨ ਨਾਲ ਉਸ ਨੂੰ ਬਹੁਤੀ ਜ਼ਿਆਦਾ ਖੁਸ਼ੀ ਨਹੀਂ ਹੁੰਦੀ। ਉਸ ਦੇ ਘਰ ਪਾਲਤੂ ਪਸ਼ੂ ਵੀ ਹਨ। ਉਹ ਉਹਨਾਂ ਨੂੰ ਬਹੁਤ ਪਿਆਰ ਕਰਦਾ ਹੈ। ਇੱਕ ਦਿਨ ਉਹ ਮੱਝ ਦੇ ਟੀਕਾ ਲਗਾਉਣ ਪਸ਼ੂ ਹਸਪਤਾਲ ਗਿਆ। ਉਹ ਪਸ਼ੂਆਂ ਦੇ ਡਾਕਟਰ ਨੂੰ ਦੇਖ ਕੇ ਸੋਚਣ ਲੱਗਿਆ, ਯਾਰ ਕੰਮ ਤਾਂ ਇਹ ਵੀ ਠੀਕ ਹੈ। ਘਰ ਵਿੱਚ ਛੋਟੀ-ਛੋਟੀਆਂ ਚੀਜ਼ਾਂ ਦੀ ਉਹ ਮਕੈਨਿਕੀ ਵੀ ਕਰ ਲੈਂਦਾ ਹੈ। ਉਸ ਦੇ ਪਿੰਡ ਵਿੱਚੋਂ ਵਿਦੇਸ਼ ਗਏ ਪਰਿਵਾਰ ਦੀ ਵੱਡੀ ਕੋਠੀ ਦੇਖ ਕੇ ਉਹ ਵਿਦੇਸ਼ ਜਾਣ ਬਾਰੇ ਵੀ ਸੋਚਦਾ ਹੈ। ਪਿਆਰੇ ਵਿਦਿਆਰਥੀਓ, ਹੁਣ ਆਪਾਂ ਅੱਗੇ ਆਪ ਲੱਭਣਾ ਹੈ ਕਿ ਉਹ ਅਵੀ ਕਿਸ ਕੰਮ ਵਿੱਚ ਜ਼ਿਆਦਾ ਸਫਲ ਹੋ ਸਕਦਾ ਹੈ। ਤੁਹਾਨੂੰ ਅਵੀ ਲਈ ਜੋ ਕੰਮ ਵੱਧ ਠੀਕ ਲੱਗਦਾ ਹੈ ਉਸ ਅਨੁਸਾਰ ਅਵੀ ਨੂੰ ਉਸ ਦੇ ਕੰਮ ਦੇ ਬਾਕੀਆਂ ਨਾਲੋਂ ਵੱਧ ਅੰਕ ਦਿਓ। ਹਰੇਕ ਕੰਮ ਲਈ 5 ਅੰਕ ਹੈ। ਕੰਮ ਜਾਂ ਕਿੱਤਾ ਤੇ ਨੰਬਰ 5, ਵਪਾਰਕ, ਡਾਕਟਰੀ, ਡਰਾਈਵਰੀ, ਖੇਤੀਬਾੜੀ, ਅਦਾਕਾਰੀ, ਗੱਡੀਆਂ ਦਾ ਕੰਮ, ਵਿਗਿਆਨੀ, ਵਿਦੇਸ਼ ਜਾਂ ਮਕੈਨਿਕ। ਅਵੀ ਦੇ ਸੁਭਾਅ ਦੀ ਇੱਕ ਹੋਰ ਗੱਲ ਧਿਆਨ ਦੇਣਾ ਮੰਗਦੀ ਹੈ। ਉਹ ਬਹੁਤ ਕੁਝ ਕਰਦਾ ਸੀ ਪਰ ਆਪਣੇ ਆਪ ਨੂੰ ਇੱਕ ਨਿਸ਼ਾਨੇ 'ਤੇ ਟਿਕਾਉਂਦਾ ਨਹੀਂ ਸੀ। ਕੀ ਆਪਾਂ ਤਾਂ ਨਹੀਂ ਇੰਜ ਕਰ ਰਹੇ? ਜ਼ਰੂਰ ਸੋਚਣਾ। ਅਭਿਆਸ ਭਾਗ 1, ਠੀਕ ਜਾਂ ਗਲਤ ਚੁਣੋ। ਮੈਨੂੰ ਉਹ ਕੋਰਸ ਹੀ ਚੁਣਨਾ ਚਾਹੀਦਾ ਹੈ ਜੋ ਮੇਰੇ ਮਾਤਾ-ਪਿਤਾ ਕਹਿੰਦੇ ਹਨ, ਭਾਵੇਂ ਮੇਰੀ ਉਸ ਕੰਮ ਵਿੱਚ ਰੁਚੀ ਨਾ ਵੀ ਹੋਵੇ। ਇਹਦੇ ਵਿੱਚ ਤੁਸੀਂ ਆਪਣੀ ਥਿੰਕਿੰਗ ਦੇ ਹਿਸਾਬ ਨਾਲ ਲਿਖਣਾ ਹੈ ਕਿ ਸਹੀ ਹੈ ਜਾਂ ਗਲਤ ਹੈ। ਦੂਸਰਾ ਕੁਐਸਚਨ ਹੈਗਾ, ਜੇ ਮੈਥੋਂ ਘਰ ਦੇ ਜਾਂ ਹੋਰ ਹਾਲਾਤਾਂ ਕਾਰਨ ਪੂਰੀ ਕੋਸ਼ਿਸ਼ ਕਰਕੇ ਵੀ ਡਾਕਟਰ ਨਾ ਬਣ ਹੋਇਆ ਤਾਂ ਡਾਕਟਰੀ ਕਿੱਤੇ ਵਰਗੇ ਹੋਰ ਕੋਰਸ, ਫਾਰਮਾਸਿਸਟ, ਨਰਸਿੰਗ ਵੀ ਤਾਂ ਕੀਤੇ ਜਾ ਸਕਦੇ ਹਨ। ਨੰਬਰ 3, ਜੋ ਕਿਸਮਤ ਵਿੱਚ ਹੋਇਆ ਮੇਲੇ ਹੀ ਜਾਣਾ ਹੈ, ਬਹੁਤੀ ਚਿੰਤਾ ਦੀ ਲੋੜ ਨਹੀਂ, ਕੰਮ ਪ੍ਰਤੀ ਸੋਚਣ ਬਾਰੇ। ਚੌਥਾ, ਮੈਂ 10ਵੀਂ ਪਿੱਛੋਂ ਉਹੀ ਕੋਰਸ ਚੁਣਨਾ ਹੈ ਜੋ ਮੇਰੀ ਜਮਾਤ ਵਾਲੇ ਸੰਗੀ ਚੁਣਨਗੇ। 5ਵਾਂ ਪੁਆਇੰਟ, ਮੈਂ ਜ਼ਿੰਦਗੀ ਵਿੱਚ ਜੋ ਬਣਨਾ ਹੈ, ਮੈਂ ਆਪਣਾ ਰਾਹ ਉਹ ਚੁਣਨਾ ਹੈ, ਇਹ ਗੱਲ ਮੇਰੇ 'ਤੇ ਢੁਕਦੀ ਹੈ। ਭਾਗ 2, 10ਵੀਂ ਤੋਂ ਬਾਅਦ ਮੈਂ ਕੀ ਕਰਨਾ ਹੈ। ਇਹਦੇ ਵਿੱਚ ਵੀ ਤੁਸੀਂ ਆਪਣੇ ਵਿਚਾਰ ਲਿਖਣੇ ਆ ਕਿ ਤੁਸੀਂ 10ਵੀਂ ਤੋਂ ਬਾਅਦ ਕੀ ਕਰਨਾ ਚਾਹੁੰਦੇ ਆ। ਆਪਣੇ ਆਲੇ ਦੁਆਲੇ ਦੇ ਲੋਕਾਂ ਦੇ ਕੁਝ ਕਿੱਤਿਆਂ ਦੇ ਨਾਮ ਲਿਖੋ। ਜੋ ਵੀ ਤੁਹਾਡੇ ਆਲੇ ਦੁਆਲੇ ਲੋਕ ਕੰਮ ਕਰ ਰਹੇ ਆ ਉਹਨਾਂ ਦੇ ਬਾਰੇ ਵਿੱਚ ਲਿਖਣਾ। ਮੈਨੂੰ ਕਿਹੜਾ ਕੰਮ ਕਰਕੇ ਵਧੇਰੇ ਖੁਸ਼ੀ ਮਿਲਦੀ ਹੈ, ਇਹਦੇ ਵਿੱਚ ਵੀ ਤੁਸੀਂ ਆਪਣੇ ਵਿਚਾਰ ਲਿਖਣੇ ਆ। ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ। ਸਾਡੇ ਕਰਨ ਦਾ ਢੰਗ ਅਤੇ ਨਜ਼ਰੀਆ ਹਾਂ ਪੱਖੀ ਹੋਣਾ ਚਾਹੀਦਾ ਹੈ। ਅਸੀਂ ਜਿਸ ਤਰ੍ਹਾਂ ਦੇ ਕਿੱਤੇ ਦਾ ਸੁਪਨਾ ਲੈਂਦੇ ਹਾਂ, ਆਪਣੇ ਮਾਤਾ-ਪਿਤਾ, ਅਧਿਆਪਕ ਜਾਂ ਸਕੂਲ ਕਾਉਂਸਲਰ, ਅਖਬਾਰ, ਟੀਵੀ ਜਾਂ ਇੰਟਰਨੈੱਟ ਤੋਂ ਉਸ ਬਾਰੇ ਵਧੇਰੇ ਜਾਣਕਾਰੀ ਪ੍ਰਾਪਤ ਕਰਕੇ ਸਹੀ ਕਿੱਤੇ ਦੀ ਚੋਣ ਕਰ ਸਕਦੇ ਹਾਂ।
ਅਗਲਾ ਟੌਪਿਕ ਹੈਗਾ ਫੈਸਲਾ ਲੈਣ ਦਾ ਹੁਨਰ। ਇੱਕ ਵਾਰ ਇੱਕ ਰਾਜੇ ਨੇ ਆਪਣੇ ਪੁੱਤਰਾਂ ਨੂੰ ਉਹਨਾਂ ਦੀ ਯੋਗਤਾ ਪਰਖਣ ਲਈ ਬੁਲਾ ਲਿਆ ਤਾਂ ਜੋ ਆਪਣੇ ਉੱਤਰਾਧਿਕਾਰੀ ਦਾ ਫੈਸਲਾ ਕਰ ਸਕੇ। ਉਸ ਨੇ ਆਪਣੇ ਤਿੰਨੋਂ ਪੁੱਤਰਾਂ ਦੇ ਹੱਥ ਵਿੱਚ 100 ਰੁਪਏ ਦਾ ਇੱਕ ਨੋਟ ਫੜਾਉਂਦਿਆਂ ਆਖਿਆ ਕਿ ਇਸ ਰਕਮ ਨਾਲ ਤੁਸੀਂ ਆਪਣੇ ਮਹਿਲ ਨੂੰ ਇੱਕ ਦਿਨ ਵਿੱਚ ਚੰਗੀ ਤਰ੍ਹਾਂ ਭਰ ਦੇਣਾ ਹੈ। ਤਿੰਨੋਂ ਪੁੱਤਰ ਸੋਚਣ ਲੱਗ ਪਏ। ਪਹਿਲੇ ਦਿਨ ਸਭ ਤੋਂ ਵੱਡੇ ਪੁੱਤਰ ਦੀ ਵਾਰੀ ਸੀ। ਉਹ ਸੋਚੀ ਗਿਆ ਕਿ ਇੰਨੇ ਕੁ ਧਨ ਨਾਲ ਪੂਰਾ ਮਹਿਲ ਭਰ ਸਕੇਗਾ। ਉਸ ਨੂੰ ਸਵੇਰ ਤੱਕ ਕੁਝ ਵੀ ਨਹੀਂ ਸੁੱਝਿਆ ਅਤੇ ਉਸਨੇ 100 ਰੁਪਏ ਦਾ ਨੋਟ ਪਿਤਾ ਨੂੰ ਮੋੜ ਦਿੱਤਾ। ਅਗਲੇ ਦਿਨ ਵਿਚਕਾਰਲੇ ਪੁੱਤਰ ਦੀ ਵਾਰੀ ਸੀ। ਉਸਨੇ ਸੋਚਿਆ ਕਿ ਇਸ ਧਨ ਨਾਲ ਕੇਵਲ ਕੂੜਾ ਕਰਕਟ ਹੀ ਖਰੀਦਿਆ ਜਾ ਸਕਦਾ ਹੈ, ਸੋ ਉਸਨੇ ਸਾਰਾ ਮਹਿਲ ਕੂੜੇ ਨਾਲ ਭਰ ਦਿੱਤਾ। ਰਾਜੇ ਨੂੰ ਬਹੁਤ ਗੁੱਸਾ ਆਇਆ ਅਤੇ ਉਸ ਨੂੰ ਮਹਿਲ ਸਾਫ਼ ਕਰਨ ਦੀ ਜ਼ਿੰਮੇਵਾਰੀ ਦੇ ਦਿੱਤੀ। ਤੀਜੇ ਦਿਨ ਤੀਸਰੇ ਸਭ ਤੋਂ ਛੋਟੇ ਪੁੱਤਰ ਦੀ ਵਾਰੀ ਆਈ। ਸੋਚੋ, ਛੋਟੇ ਪੁੱਤਰ ਨੇ ਮਹਿਲ ਨੂੰ 100 ਰੁਪਏ ਨਾਲ ਕਿਵੇਂ ਭਰਿਆ ਹੋਏਗਾ। ਤੀਜੇ ਦਿਨ ਸਭ ਤੋਂ ਛੋਟੇ ਪੁੱਤਰ ਨੇ ਦਿਮਾਗ ਲੜਾਇਆ। ਉਸਨੇ ਸੁਗੰਧੀਆਂ ਖਰੀਦਣ ਦਾ ਫੈਸਲਾ ਕੀਤਾ। ਅਗਰਬੱਤੀ ਸੁਗੰਧੀ ਖਰੀਦ ਕੇ ਉਸਨੇ ਸਾਰੇ ਮਹਿਲ ਵਿੱਚ ਸੁਗੰਧੀ ਭਰ ਦਿੱਤੀ। ਇੰਝ ਸਾਰਾ ਮਹਿਲ 100 ਰੁਪਏ ਵਿੱਚ ਖੁਸ਼ਬੂ ਨਾਲ ਭਰ ਗਿਆ। ਰਾਜੇ ਨੇ ਉਸਦੇ ਸਹੀ ਫੈਸਲੇ 'ਤੇ ਉਸ ਨੂੰ ਇਨਾਮ ਦਿੱਤਾ। ਇਸ ਪ੍ਰਕਾਰ ਹੀ ਅਸੀਂ ਆਪਣੀ ਸ਼ਖਸੀਅਤ ਨੂੰ ਚੰਗੇ ਗੁਣਾਂ ਦੀ ਮਹਿਕ ਨਾਲ ਮਹਿਕਾ ਸਕਦੇ ਹਾਂ। ਇਸ ਨਾਲ ਸਾਡਾ ਮਨ ਵੀ ਬੁਰੇ ਵਿਚਾਰਾਂ ਨਾਲ ਪਲੀਤ ਨਹੀਂ ਹੋਵੇਗਾ, ਸਗੋਂ ਗੁਣਾਂ ਨਾਲ ਸੁਗੰਧਿਤ ਹੋ ਜਾਵੇਗਾ। ਗਤੀਵਿਧੀ। ਇਸ ਚਿੱਤਰ ਕਹਾਣੀ ਵੱਲ ਧਿਆਨ ਦੇਵੋ। ਇੱਕ ਕਾਟੋ ਸੜਕ ਤੋਂ ਲੰਘ ਗਈ, ਅੱਧ ਤੋਂ ਪਿੱਛੋਂ ਮੁੜ ਗਈ ਕਿ ਉਸ ਨੂੰ ਲੱਗਿਆ ਕਿ ਸਾਹਮਣੇ ਤੋਂ ਆ ਰਹੀ ਕਾਰ ਕੋਲੋਂ ਬਚ ਕੇ ਪਹਿਲਾਂ ਨਿਕਲ ਜਾਵੇਗੀ। ਫਿਰ ਅੱਗੇ ਵਧੀ, ਪਿੱਛੇ ਮੁੜਨ ਦੇ ਖਿਆਲ ਨਾਲ। ਜਦ ਪਿੱਛੇ ਗਈ ਤਾਂ ਪਿਛਲੇ ਪਾਸਿਓਂ ਬੱਸ ਆ ਰਹੀ ਸੀ। ਉਹ ਫਿਰ ਅੱਗੇ ਵਧੀ, ਕਾਰ ਦੇ ਟਾਇਰ ਹੇਠ ਆ ਕੇ ਮਰ ਗਈ। ਦੁਬਿਧਾ ਕਾਰਨ ਉਸ ਸਮੇਂ ਸਿਰ ਸਹੀ ਫੈਸਲਾ ਨਾ ਲੈ ਸਕੀ। ਪ੍ਰਸ਼ਨ 1, ਸਹੀ ਉੱਤਰ ਚੁਣੋ। ਨੰਬਰ 1, ਕਾਟੋ ਦੀ ਮੌਤ ਦਾ ਕਾਰਨ ਡੈਸ਼ ਸੀ। ਬੱਸ ਸੀ, ਕਾਰ ਸੀ ਜਾਂ ਫਿਰ ਦੋ ਚਿੱਤੀ ਹੁੰਦੀ ਕਿ ਇੱਕ ਚੀਜ਼ 'ਤੇ ਨਾ ਰਹਿਣਾ, ਦੋਨਾਂ ਚੀਜ਼ਾਂ ਬਾਰੇ ਸੋਚਣਾ। ਨੰਬਰ 2, ਕਾਟੋ ਬਚ ਸਕਦੀ ਸੀ ਜੇ ਉਹ ਡੈਸ਼ ਸਮੇਂ 'ਤੇ ਡੈਸ਼ ਫੈਸਲਾ ਲੈ ਲੈਂਦੀ। ਇਹਦੀਆਂ 3 ਆਪਸ਼ਨ ਦਿੱਤੀਆਂ ਹੋਈਆਂ, ਇਹਨਾਂ ਦੇ ਵਿੱਚੋਂ ਤੁਸੀਂ ਇੱਕ ਚੁਣਨੀ ਹੈ। ਸਿੱਟਾ। ਅਸੀਂ ਅਗਰ 2 ਕਦਮ ਅੱਗੇ ਤੁਰੀਏ ਅਤੇ 2 ਕਦਮ ਪਿੱਛੇ ਪਰਤ ਜਾਈਏ, ਕੀ ਇਸ ਤਰ੍ਹਾਂ ਲਗਾਤਾਰ ਤੁਰਦੇ ਰਹਿਣ ਨਾਲ ਅਸੀਂ ਮੰਜ਼ਿਲ 'ਤੇ ਪਹੁੰਚ ਸਕਦੇ ਹਾਂ? ਯਕੀਨਨ ਨਹੀਂ। ਸੋ ਦੁਬਿਧਾ ਛੱਡ ਕੇ ਸਹੀ ਫੈਸਲੇ ਲੈ ਕੇ ਆਪਣੀ ਮੰਜ਼ਿਲ ਵੱਲ ਦ੍ਰਿੜਤਾ ਨਾਲ ਅੱਗੇ ਵਧੋ। ਜਮਾਤ ਵਿੱਚ ਚਰਚਾ ਕਰਕੇ ਅੱਗੇ ਦਿੱਤੀਆਂ ਸਥਿਤੀਆਂ ਵਿੱਚ ਜੋ ਵੱਧ ਸਹੀ ਫੈਸਲਾ ਸਾਹਮਣੇ ਆਵੇ ਉਸ ਨੂੰ ਲਿਖੋ। ਸਥਿਤੀ 1, ਊੜੇ ਅਤੇ ਆੜੇ ਦੋਹੇ ਤੁਹਾਡੇ ਕਰੀਬੀ ਦੋਸਤ ਹਨ, ਪਰ ਉਹ ਆਪਸ ਵਿੱਚ ਲੜ ਪਏ ਹਨ। ਊੜੇ ਨੇ ਕਿਹਾ ਕਿ ਤੁਸੀਂ ਆੜੇ ਨੂੰ ਨਾ ਬੁਲਾਓ ਅਤੇ ਆੜੇ ਨੇ ਕਿਹਾ ਊੜੇ ਨੂੰ ਬੁਲਾਉਣ ਤੋਂ ਮਨਾ ਕੀਤਾ। ਤੁਸੀਂ ਕੀ ਕਰੋਗੇ? ਬੱਚੇ, ਇਹਦੇ ਵਿੱਚ ਇਹਨੇ ਇਸ ਤਰ੍ਹਾਂ ਦੱਸਿਆ ਆ ਕਿ ਜੇਕਰ 2 ਦੋਸਤ ਆਪਸ ਵਿੱਚ ਲੜ ਪੈਣ ਅਤੇ ਉਹ ਦੂਸਰੇ ਦੋਸਤਾਂ ਨੂੰ ਕਹਿੰਦੇ ਕਿ ਤੂੰ ਉਹਨੂੰ ਨਹੀਂ ਬੁਲਾਉਣਾ, ਜਾਂ ਜੇ ਤੂੰ ਉਹਨੂੰ ਬੁਲਾਉਣਾ ਤਾਂ ਫਿਰ ਤੂੰ ਮੈਨੂੰ ਨਹੀਂ ਬੁਲਾਉਣਾ, ਇਸ ਸਥਿਤੀ ਵਿੱਚ ਤੁਸੀਂ ਕੀ ਕਰੋਗੇ? ਸਥਿਤੀ 2, ਭਲਕੇ ਤੁਹਾਡੀ ਕਲਾਸ ਵਿੱਚ ਗਣਿਤ ਵਿਸ਼ੇ ਦਾ ਟੈਸਟ ਹੋਣਾ ਹੈ। ਤੁਸੀਂ ਗਣਿਤ ਵਿਸ਼ੇ ਵਿੱਚ ਬਹੁਤ ਹੁਸ਼ਿਆਰ ਹੋ, ਪਰ ਤੁਹਾਡੇ ਸਾਥੀ ਟੈਸਟ ਨਾ ਦੇਣ ਦਾ ਫੈਸਲਾ ਕਰ ਚੁੱਕੇ ਹਨ। ਤੁਸੀਂ ਕੀ ਕਰੋਗੇ? ਇਹੋ ਜਿਹੀ ਸਥਿਤੀ ਅਕਸਰ ਹੀ ਤੁਹਾਡੀ ਕਲਾਸ ਦੇ ਵਿੱਚ ਹੋ ਜਾਂਦੀ ਹੈ ਕਿ ਜਦੋਂ ਟੀਚਰ ਨੇ ਟੈਸਟ ਹੁੰਦਾ ਅਤੇ ਕੁਝ ਬੱਚੇ ਇੱਕ ਸਾਈਡ ਹੋ ਜਾਂਦੇ ਆ, ਕੁਝ ਬੱਚੇ ਦੂਸਰੀ ਸਾਈਡ ਹੁੰਦੇ, ਕੁਝ ਕਹਿੰਦੇ ਅਸੀਂ ਟੈਸਟ ਦੇਣਾ, ਕੁਝ ਕਹਿੰਦੇ ਨਹੀਂ ਦੇਣਾ। ਉਸ ਵੇਲੇ ਤੁਸੀਂ ਸੋਚ ਕੇ ਫੈਸਲਾ ਲੈਣਾ ਆ ਕਿ ਸਹੀ ਫੈਸਲਾ ਕੀ ਹੈ, ਕਿ ਸਾਨੂੰ ਟੈਸਟ ਦੇਣਾ ਚਾਹੀਦਾ ਜਾਂ ਨਹੀਂ ਦੇਣਾ ਚਾਹੀਦਾ। ਸਾਰੀਆਂ ਹੀ ਗੱਲਾਂ ਨੂੰ ਵਿਚਾਰ ਕੇ ਤੁਸੀਂ ਆਪਣਾ ਫੈਸਲਾ ਹਮੇਸ਼ਾ ਖੁਦ ਲੈਣਾ, ਕਿਸੇ ਦੇ ਪਿੱਛੇ ਨਹੀਂ ਲੱਗਣਾ। ਅਗਲਾ ਟੌਪਿਕ ਹੈ ਆਤਮ ਵਿਸ਼ਵਾਸ ਦਾ ਮੰਤਰ। ਜਿਸ ਕੋਲੇ ਆਤਮ ਵਿਸ਼ਵਾਸ, ਦੁਨੀਆ ਉਸਦੀ ਕਰੇ ਤਲਾਸ਼, ਹਰ ਮੰਜ਼ਿਲ ਆ ਜਾਂਦੀ ਪਾਸ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਸਾਰੇ ਵਾਰੋ ਵਾਰੀ ਅੱਗੇ ਆ ਕੇ ਆਪਣਾ ਨਾਮ, ਪਿਤਾ ਦਾ ਨਾਮ, ਮਾਤਾ ਦਾ ਨਾਮ, ਮੇਰਾ ਸ਼ੌਂਕ ਕੀ ਹੈ, ਬਸ ਇਹ 4 ਗੱਲਾਂ ਬੋਲ ਕੇ ਬੈਠ ਜਾਵਾਂਗੇ। ਸਾਰੇ ਵਿਦਿਆਰਥੀਆਂ ਦੇ ਬੋਲਣ ਤੋਂ ਬਾਅਦ ਵਰਕਸ਼ੀਟ 'ਤੇ ਆਪਾਂ ਇਹ ਕੰਮ ਕਰਾਂਗੇ। ਵਿਦਿਆਰਥੀ ਵੱਲੋਂ ਕੀਤੀ ਕਿਰਿਆ ਹਾਂ ਜਾਂ ਨਹੀਂ ਲਿਖਣਾ ਤੁਸੀਂ। ਪਹਿਲੇ ਹੈਗਾ ਅੱਗੇ ਜਾ ਕੇ ਬੋਲਣ ਸਮੇਂ ਮੈਂ ਨੀਵੀਂ ਪਾਈ ਹੋਈ ਸੀ, ਇਹਦੇ ਵਿੱਚ ਹਾਂ ਜਾਂ ਨਹੀਂ ਲਿਖਣਾ। ਮੈਨੂੰ ਬੋਲਣ ਸਮੇਂ ਘਬਰਾਹਟ ਹੋ ਰਹੀ ਸੀ। ਮੈਂ ਆਪਣੀ ਸੀਟ ਤੋਂ ਕਾਹਲੀ ਗਿਆ। ਮੈਂ ਆਪਣੀ ਸੀਟ ਤੋਂ ਬਹੁਤ ਹੀ ਸਹਿਜਤਾ ਨਾਲ ਗਿਆ। ਮੈਂ ਤੇਜ਼ ਬੋਲ ਕੇ ਵਾਪਸ ਆ ਗਿਆ। ਮੈਨੂੰ ਇਹ ਕੰਮ ਬਹੁਤ ਔਖਾ ਲੱਗਿਆ। ਮੈਂ ਆਰਾਮ ਨਾਲ ਜਾ ਕੇ ਸਾਰਿਆਂ ਵੱਲ ਦੇਖ ਕੇ ਮੁਸਕਰਾਉਂਦੇ ਹੋਏ ਬੋਲਿਆ। ਮੇਰੇ ਵੱਲੋਂ ਬੋਲਣ ਵੇਲੇ ਕਈ ਵਿਦਿਆਰਥੀ ਮੇਰਾ ਮਜ਼ਾਕ ਬਣਾ ਰਹੇ ਸੀ। ਬੋਲਣ ਤੋਂ ਪਹਿਲਾਂ ਮੈਂ ਡਰਿਆ ਜ਼ਰੂਰ ਸੀ, ਪਰ ਬੋਲਣ ਤੋਂ ਬਾਅਦ ਮੈਨੂੰ ਬਹੁਤ ਹੀ ਵਧੀਆ ਲੱਗਿਆ।
ਕਈ ਵਿਦਿਆਰਥੀ ਬੋਲਣ ਵੇਲੇ ਕੁਝ ਸ਼ਬਦ ਗਲਤ ਹੀ ਬੋਲ ਗਏ। ਮੇਰੀ ਧੜਕਣ ਤੇਜ਼ ਹੋਈ ਲੱਗਦੀ ਸੀ। ਕਈ ਵਿਦਿਆਰਥੀ ਕੁਝ ਵੀ ਨਹੀਂ ਬੋਲੇ। ਬੋਲਣ ਵੇਲੇ ਮੈਂ ਖੱਬੇ ਸੱਜੇ ਉੱਪਰ ਥੱਲੇ ਦੇਖਦਾ ਰਿਹਾ। ਮੈਂ ਘਰ ਤਾਂ ਬਹੁਤ ਬੋਲ ਲੈਂਦਾ ਹਾਂ, ਇੱਥੇ ਬੋਲਣਾ ਬਹੁਤ ਔਖਾ ਹੈ। ਇਹ ਕਿਰਿਆ ਸਿਰਫ ਆਪਣੇ ਆਪ ਲਈ ਹੈ। ਇਸ ਦੇ ਅੰਕ ਮੈਂ ਆਪ ਹੀ ਦੇਖਣੇ ਹਨ। ਇਹਨਾਂ ਅੰਕਾਂ ਦੇ ਆਧਾਰ 'ਤੇ ਆਪਣਾ ਆਤਮ ਵਿਸ਼ਵਾਸ ਹੋਰ ਵਧਾਉਣ ਲਈ ਮੈਂ ਹੇਠ ਲਿਖੇ ਕੰਮ ਕਰ ਸਕਦਾ ਹਾਂ। ਨੰਬਰ 1, ਘਰ ਜਾ ਕੇ ਫ਼ੋਨ 'ਤੇ ਆਪਣੀ ਆਵਾਜ਼ ਰਿਕਾਰਡ ਕਰਾਂਗਾ, ਸੁਣਾਂਗਾ, ਦੂਜੀ ਵਾਰ ਫਿਰ ਰਿਕਾਰਡ ਕਰਕੇ ਸੁਣਾਂਗਾ। ਵਾਰ-ਵਾਰ ਬੋਲ ਕੇ ਮੈਨੂੰ ਵੀ ਬਾਕੀ ਲੋਕਾਂ ਵਾਂਗ ਉਹਨਾਂ ਦੇ ਸਾਹਮਣੇ ਬੋਲਣ ਦਾ ਤਜਰਬਾ ਹੋ ਜਾਵੇਗਾ। ਮੇਰੇ ਵਿੱਚ ਕਿੰਨਾ ਵਧੀਆ ਡੈਸ਼ ਗੁਣ ਹੈ। ਜੇ ਮੈਂ ਉਸ ਵੱਲ ਨਿਖਾਰ ਲੈ ਆਵਾਂ, ਜਿਵੇਂ ਕੁਲਦੀਪ ਵਧੀਆ ਖਿਡਾਰੀ ਹੈ, ਉਸ 'ਤੇ ਸਾਰੇ ਬਹੁਤ ਮਾਣ ਦਿੰਦੇ ਹਨ, ਮੈਂ ਵੀ ਆਪਣੇ ਗੁਣ ਨੂੰ ਨਿਖਾਰ ਕੇ ਸਭ ਦਾ ਹਰਮਨ ਪਿਆਰਾ ਬਣਾਂਗਾ। ਨੰਬਰ 3, ਪੜ੍ਹਾਈ ਵਿੱਚ ਚੰਗੇ ਨੰਬਰ ਆਉਣ 'ਤੇ ਅਧਿਆਪਕ ਬਹੁਤ ਪਿਆਰ ਦਿੰਦੇ ਹਨ, ਮੈਂ ਵੀ ਇੰਝ ਕਰਾਂਗਾ, ਮੈਨੂੰ ਬਾਕੀ ਲੋਕ ਵੀ ਮਹੱਤਵ ਦੇਣਗੇ। ਨੰਬਰ 4, ਮੇਰੇ ਘਰ ਦੇ ਹਾਲਾਤ, ਮੈਨੂੰ ਚੜਾਉਣ ਲਈ ਕਈ ਸਾਥੀ ਜਾਂ ਕਈ ਵੀ ਹੋਰ ਮੁਸ਼ਕਲ, ਇਹ ਸਭ ਮੈਨੂੰ ਮਹਾਨ ਬਣਨ ਤੋਂ ਨਹੀਂ ਰੋਕ ਸਕਦੇ। ਨੰਬਰ 5, ਸਵੇਰੇ ਉੱਠ ਕੇ ਕਸਰਤ ਕਰਨਾ, ਚੰਗੀਆਂ ਕਿਤਾਬਾਂ, ਚੰਗੇ ਲੋਕਾਂ ਦੀ ਸੰਗਤ, ਮਹਾਨ ਲੋਕਾਂ ਦੀਆਂ ਜੀਵਨੀਆਂ, ਚੰਗੀਆਂ ਫਿਲਮਾਂ, ਉਸਾਰੂ ਗੀਤ ਮੇਰੀ ਜ਼ਿੰਦਗੀ ਬਦਲ ਸਕਦੇ ਹਨ। ਸਾਰੇ ਮਹਾਨ ਲੋਕ ਅਜਿਹੀਆਂ ਆਦਤਾਂ ਕਰਕੇ ਹੀ ਮਹਾਨ ਬਣੇ ਹਨ। ਅਗਲਾ ਟੌਪਿਕ ਹੈਗਾ ਆਮ ਸੂਝ ਦੀ ਵਰਤੋਂ। ਕਲਪਨਾ ਕਰੋ ਇੱਕ ਅਜਿਹੀ ਜਮਾਤ ਦੀ ਜਿਸ ਵਿੱਚ ਅਧਿਆਪਕ ਵਿਦਿਆਰਥੀਆਂ ਨੂੰ ਕਹੇਗਾ, ਪਿਆਰੇ ਵਿਦਿਆਰਥੀਓ, ਸ਼ਾਬਾਸ਼, ਤੁਸੀਂ ਸਾਰੇ ਪ੍ਰਸ਼ਨਾਂ ਦੇ ਸਹੀ ਉੱਤਰ ਦਿੱਤੇ। ਹੁਣ ਕੇਵਲ ਆਖਰੀ ਇੱਕ ਹੀ ਪ੍ਰਸ਼ਨ ਪੁੱਛਾਂਗਾ। ਇਸ ਤੋਂ ਬਾਅਦ ਅਧਿਆਪਕ ਵਿਦਿਆਰਥੀਆਂ ਨੂੰ ਕਹੇਗਾ ਕਿ ਕੋਈ ਇੱਕ ਵਿਦਿਆਰਥੀ ਜਾਂ ਕਿਸੇ ਇੱਕ ਨੂੰ ਵੀ ਤੁਹਾਡੀ ਜਮਾਤ ਵਿੱਚ ਲੱਗੇ ਹੋਏ ਬਲੈਕਬੋਰਡ ਦਾ ਸੈਂਟਰ ਦੱਸੋ। ਇਸ ਪ੍ਰਸ਼ਨ ਲਈ ਵੀ ਸਮਾਂ 10 ਸੈਕਿੰਡ ਦਿੱਤਾ ਜਾਏਗਾ। ਵਿਦਿਆਰਥੀ ਉਲਝਣਗੇ ਤੇ ਸੋਚਣਗੇ ਕਿ ਉਹ ਕਿਵੇਂ 10 ਸੈਕਿੰਡ ਵਿੱਚ ਇਸ ਬਲੈਕਬੋਰਡ ਦਾ ਕੇਂਦਰ ਮਾਪ ਕੇ ਦੱਸਣਗੇ। ਅਜਿਹੀ ਹਾਲਤ ਵਿੱਚ 2 ਸਥਿਤੀਆਂ ਬਣ ਜਾਂਦੀਆਂ ਹਨ। ਪਹਿਲਾ, ਕੋਈ ਵਿਦਿਆਰਥੀ ਆਪਣੇ ਹੱਥ ਦੀਆਂ ਗਿੱਠਾਂ ਜਾਂ ਅੰਦਾਜ਼ੇ ਨਾਲ ਬਲੈਕਬੋਰਡ ਦਾ ਇੱਕ ਸਥਾਨ 'ਤੇ ਉਂਗਲ ਰੱਖ ਕੇ ਆਖ ਸਕਦਾ ਹੈ ਕਿ ਇਹ ਕੇਂਦਰ ਹੈ। ਦੂਜੀ ਸਥਿਤੀ ਇਹ ਵੀ ਹੋ ਸਕਦੀ ਹੈ ਕਿ ਕੋਈ ਵੀ ਵਿਦਿਆਰਥੀ ਬਲੈਕਬੋਰਡ ਦਾ ਕੇਂਦਰ ਨਾ ਦੱਸ ਸਕੇ। ਪਹਿਲੀ ਸਥਿਤੀ ਵਾਪਰਨ 'ਤੇ ਅਧਿਆਪਕ ਪੁੱਛੇਗਾ ਕਿ ਵਿਦਿਆਰਥੀ ਕਿਵੇਂ ਦਾਅਵੇ ਨਾਲ ਕਹਿ ਸਕਦਾ ਹੈ ਕਿ ਇਹੀ ਬਲੈਕਬੋਰਡ ਦਾ ਕੇਂਦਰ ਹੈ ਜੋ ਉਸਨੇ ਕੇਂਦਰ ਮਾਪਣ ਲਈ ਕੋਈ ਯੋਗ ਸਕੇਲ ਵੀ ਨਹੀਂ ਵਰਤਿਆ। ਵਿਦਿਆਰਥੀ ਨਿਰੁੱਤਰ ਹੋਣ 'ਤੇ ਅਧਿਆਪਕ ਸਾਰੀ ਜਮਾਤ ਨੂੰ ਸਮਝਾਵੇਗਾ ਕਿ ਤੁਸੀਂ ਬਲੈਕਬੋਰਡ ਦੇ ਕਿਸੇ ਵੀ ਸਥਾਨ 'ਤੇ ਉਂਗਲ ਰੱਖ ਕੇ ਦੱਸ ਸਕਦੇ ਹੋ ਕਿ ਇਹੀ ਕੇਂਦਰ ਹੈ। ਅਧਿਆਪਕ ਸਪਸ਼ਟ ਕਰੇਗਾ ਕਿ ਉਸਨੇ ਪਹਿਲਾਂ ਹੀ ਐਲਾਨ ਕੀਤਾ ਸੀ ਕਿ ਉਸ ਦਾ ਆਖਰੀ ਸਵਾਲ ਹੈ ਤੇ ਇਸ ਤੋਂ ਬਾਅਦ ਹੋਰ ਸਵਾਲ ਨਹੀਂ ਪੁੱਛੇਗਾ। ਇਸ ਲਈ ਮੈਂ ਤੁਹਾਨੂੰ ਵਾਅਦੇ ਅਨੁਸਾਰ ਇੱਕ ਹੋਰ ਸਵਾਲ ਨਹੀਂ ਪੁੱਛ ਸਕਦਾ। ਵਿਦਿਆਰਥੀ ਲਈ ਜਮਾਤ ਵਿੱਚ ਇਹ ਇੱਕ ਅਚੰਭੇ ਭਰੀ ਸਥਿਤੀ ਹੋਵੇਗੀ ਕਿ ਅਧਿਆਪਕ ਖੁਦ ਹੀ ਕਹਿ ਰਹੇ ਹਨ ਕਿ ਉਹ ਹੋਰ ਸਵਾਲ ਨਹੀਂ ਪੁੱਛਣਗੇ। ਅਧਿਆਪਕ ਵਿਆਖਿਆ ਕਰੇਗਾ ਕਿ ਸਾਨੂੰ ਹਮੇਸ਼ਾ ਗੱਲ ਧਿਆਨ ਨਾਲ ਸੁਣ ਕੇ ਆਪਣੀ ਸੂਝ ਅਨੁਸਾਰ ਸੋਚ ਵਿਚਾਰ ਕੇ ਫੈਸਲਾ ਕਰਨਾ ਚਾਹੀਦਾ ਹੈ। ਇਸ ਨਾਲ ਸਾਡੀ ਆਮ ਸੂਝ-ਬੂਝ ਵੱਧਦੀ ਹੈ। ਇਸ ਨੂੰ ਅਸੀਂ ਆਪਣੇ ਜੀਵਨ ਵਿੱਚ ਵਰਤਣ ਦੇ ਯੋਗ ਵੀ ਹੋ ਸਕਦੇ ਹਾਂ। ਦੂਜੀ ਸਥਿਤੀ ਵਿੱਚ ਅਧਿਆਪਕ ਖੁਦ ਹੀ ਇਸ ਸਵਾਲ ਦੀ ਉਪਰੋਕਤ ਅਨੁਸਾਰ ਵਿਆਖਿਆ ਕਰ ਸਕਦਾ ਹੈ। ਮਨੁੱਖੀ ਜੀਵਨ ਬੇਹੱਦ ਜਟਲ ਤੇ ਵੰਗਾਰਾਂ ਭਰਪੂਰ ਹੈ। ਸਾਡੀ ਜੀਵਨ ਵਿੱਚ ਕਈ ਵਾਰ ਅਜਿਹੇ ਪਲ ਆਉਂਦੇ ਹਨ ਜਦੋਂ ਸਾਡੇ ਲਈ ਕਿਸੇ ਖਾਸ ਸਥਿਤੀ ਜਾਂ ਸਮੱਸਿਆ ਨਾਲ ਨਜਿੱਠਣ ਲਈ ਨਿਰਣਾ ਲੈਣਾ ਔਖਾ ਹੋ ਜਾਂਦਾ ਹੈ। ਇਸ ਦਾ ਪ੍ਰਮੁੱਖ ਕਾਰਨ ਹੈ ਕਿ ਸਿਧਾਂਤਕ ਗਿਆਨ, ਫਾਰਮੂਲੇ ਜਾਂ ਨਿਰਣੇ ਕਈ ਵਾਰ ਵਿਹਾਰਕ ਜ਼ਿੰਦਗੀ ਵਿੱਚ ਅਗਵਾਈ ਨਹੀਂ ਕਰ ਸਕਦੇ ਅਤੇ ਸਾਡੇ ਲਈ ਸਹੀ ਜਾਂ ਗਲਤ ਦਾ ਨਿਰਣਾ ਲੈਣਾ ਔਖਾ ਹੋ ਜਾਂਦਾ ਹੈ। ਇਸ ਲਈ ਅਜਿਹੀ ਸਥਿਤੀ ਵਿੱਚ ਸਾਡੀ ਆਮ ਸੂਝ-ਬੂਝ ਜਾਂ ਸਿਆਣਪ ਹੀ ਕੰਮ ਆਉਂਦੀ ਹੈ। ਪ੍ਰਸਿੱਧ ਭੌਤਿਕ ਵਿਗਿਆਨੀ, ਨੋਬਲ ਪੁਰਸਕਾਰ ਵਿਜੇਤਾ ਅਲਬਰਟ ਆਇਨਸਟਾਈਨ ਨੇ ਕਿਹਾ ਸੀ ਕਿ ਕਲਪਨਾ ਗਿਆਨ ਨਾਲੋਂ ਵਧੇਰੇ ਮਹੱਤਵਪੂਰਨ ਹੁੰਦੀ ਹੈ। ਕਈ ਵਾਰ ਕਲਪਨਾ ਅੰਦਾਜ਼ੇ ਦਾ ਸਹਾਰਾ ਲੈ ਕੇ ਅਸੀਂ ਆਪਣੀ ਆਮ ਸੂਝ-ਬੂਝ ਤੇ ਸਮਝ ਦੀ ਵਰਤੋਂ ਕਰਕੇ ਸਮੱਸਿਆ ਦਾ ਹੱਲ ਕਰ ਸਕਦੇ ਹਾਂ। ਇਸ ਲਈ ਹਰੇਕ ਮਨੁੱਖ ਅੰਦਰ ਆਮ ਸੂਝ-ਬੂਝ ਦੀ ਬਿਰਤੀ ਅਤੇ ਇਸ ਨੂੰ ਜ਼ਿੰਦਗੀ ਵਿੱਚ ਵਰਤਣ ਦਾ ਹੁਨਰ ਹੋਣਾ ਚਾਹੀਦਾ ਹੈ। ਜਿਵੇਂ ਅਸੀਂ ਸੜਕ ਉੱਪਰ ਚੱਲਦੇ ਹੋਏ ਖੱਬੇ ਅਤੇ ਸੱਜੇ ਵੇਖਦੇ ਹਾਂ, ਇਹੀ ਕੰਮ ਜੀਵਨ ਵਿੱਚ ਆਮ ਸੂਝ-ਬੂਝ ਦਾ ਹੈ। ਉਦੇਸ਼: ਇਸ ਪਾਠ ਦਾ ਮੂਲ ਉਦੇਸ਼ ਇਹ ਹੈ ਕਿ ਅਸੀਂ ਆਪਣੇ ਵਿਦਿਆਰਥੀ ਵਿੱਚ ਆਮ ਸੂਝ ਦੀ ਵਰਤੋਂ ਕਰਨ ਦਾ ਹੁਨਰ ਪੈਦਾ ਕਰੀਏ। ਸਾਡੇ ਬਹੁਗਿਣਤੀ ਵਿਦਿਆਰਥੀਆਂ ਵਿੱਚ ਇਹ ਪ੍ਰਵਿਰਤੀ ਆਮ ਪਾਈ ਜਾਂਦੀ ਹੈ ਕਿ ਉਹ ਪ੍ਰਸ਼ਨ ਦਾ ਉੱਤਰ ਹਮੇਸ਼ਾ ਰਵਾਇਤੀ ਤਰੀਕੇ ਨਾਲ ਦਿੰਦੇ ਹਨ ਅਤੇ ਅਧਿਆਪਕ ਦੁਆਰਾ ਵਿਸ਼ੇ ਨਾਲ ਸੰਬੰਧਿਤ ਦਿੱਤੇ ਗਿਆਨ, ਜਿਹੜਾ ਕਿ ਪਾਠ ਪੁਸਤਕਾਂ ਤੋਂ ਬਾਹਰਲਾ ਹੁੰਦਾ ਹੈ, ਦੀ ਵਰਤੋਂ ਪ੍ਰੀਖਿਆ ਵਿੱਚ ਘੱਟ ਕਰਦੇ ਹਨ। ਇਹ ਆਦਤ ਇੰਨੀ ਜ਼ਿਆਦਾ ਪੱਕ ਜਾਂਦੀ ਹੈ ਕਿ ਉਹ ਆਮ ਜੀਵਨ ਵਿੱਚ ਆਪਣੀ ਸੂਝ ਜਾਂ ਪ੍ਰਤਿਭਾ ਦੀ ਵਰਤੋਂ ਘੱਟ ਕਰਦੇ ਹਨ ਅਤੇ ਹਮੇਸ਼ਾ ਰਵਾਇਤੀ ਤਰੀਕੇ ਨਾਲ ਸਮੱਸਿਆਵਾਂ ਦਾ ਹੱਲ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਸੀਂ ਵਿਦਿਆਰਥੀਆਂ ਦੀ ਇਸ ਪ੍ਰਵਿਰਤੀ ਨੂੰ ਬਦਲਣਾ ਹੈ ਅਤੇ ਉਹਨਾਂ ਦੀ ਸਮਝ ਅਤੇ ਗਿਆਨ ਦਾ ਘੇਰਾ ਵਿਸ਼ਾਲ ਕਰਕੇ ਉਹਨਾਂ ਅੰਦਰ ਇੰਨਾ ਕੁ ਆਤਮ ਵਿਸ਼ਵਾਸ ਭਰਨਾ ਹੈ ਕਿ ਉਹ ਜ਼ਿੰਦਗੀ ਵਿੱਚ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦਾ ਹੱਲ ਆਪਣੇ ਪੱਧਰ 'ਤੇ ਆਪਣੀ ਸੂਝ-ਬੂਝ ਨਾਲ ਕਰ ਸਕਣ। ਅਭਿਆਸ ਪ੍ਰਸ਼ਨ: ਕਈ ਜਟਲ ਸਥਿਤੀਆਂ ਵਿੱਚ ਫੈਸਲੇ ਲੈਣ ਲਈ ਆਮ ਸੂਝ ਕੰਮ ਕਰਦੀ ਹੈ। ਉਦਾਹਰਨ ਵਜੋਂ, ਵਿਦਿਆਰਥੀਓ, ਇੱਕ ਸਵਾਲ ਦਾ ਜਵਾਬ ਦੇਵੋ। ਜੇ ਇੱਕ ਆਦਮੀ ਘਰ ਤੋਂ ਬਾਹਰ ਸੀ ਅਤੇ ਲਗਾਤਾਰ ਮੀਂਹ ਵਿੱਚ ਭਿੱਜ ਰਿਹਾ ਸੀ। ਮੀਂਹ ਪੈਣ ਨਾਲ ਉਸ ਦਾ ਸਾਰਾ ਸਰੀਰ ਗਿੱਲਾ ਹੋ ਗਿਆ ਸੀ।
ਉਸ ਦਾ ਸਿਰ ਬਿਲਕੁਲ ਨੰਗਾ ਸੀ। ਸਿਰ ਉੱਤੇ ਕੋਈ ਵੀ ਪੱਗ, ਸਾਫਾ ਜਾਂ ਟੋਪੀ ਅਜਿਹਾ ਕੁਝ ਵੀ ਨਹੀਂ ਸੀ ਜਿਸ ਨਾਲ ਉਹ ਆਪਣਾ ਸਿਰ ਗਿੱਲਾ ਹੋਣ ਤੋਂ ਬਚਾ ਸਕੇ। ਪਰੰਤੂ ਉਸ ਦਾ ਇੱਕ ਵੀ ਵਾਲ ਗਿੱਲਾ ਨਹੀਂ ਹੋਇਆ। ਇਹ ਕਿਵੇਂ ਸੰਭਵ ਹੋ ਸਕਦਾ ਹੈ? ਬੱਚਿਓ, ਇਸ ਨੂੰ ਤੁਸੀਂ ਆਪਣੀ ਸੂਝ-ਬੂਝ ਦੇ ਅਨੁਸਾਰ ਆਨਸਰ ਦੇਣਾ। ਪਿਆਰੇ ਵਿਦਿਆਰਥੀਓ, ਇਹ ਚੈਪਟਰ ਬਹੁਤ ਹੀ ਮਹੱਤਵਪੂਰਨ ਹੈ ਕਿਉਂਕਿ ਇਹਦੇ ਵਿੱਚ ਉਹਨੇ ਦੱਸਿਆ ਹੈ ਕਿ ਜੀਵਨ ਦੇ ਵਿੱਚ ਜਿੱਥੇ ਪੜ੍ਹਾਈ ਜਿਹੜੀ ਹੈ ਉਹ ਸਾਨੂੰ ਗਿਆਨ ਦਿੰਦੀ ਹੈ, ਉੱਥੇ ਅਸੀਂ ਨਾਲ ਦੀ ਨਾਲ ਹੀ ਆਮ ਲਾਈਫ ਦੇ ਵਿੱਚ ਸੂਝ-ਬੂਝ ਦੇ ਨਾਲ ਹਰੇਕ ਜ਼ਿੰਦਗੀ ਦਾ ਜਿਹੜਾ ਫੈਸਲਾ ਹੈ ਉਹ ਲੈਣਾ ਅਤੇ ਆਪਣੇ ਵਿੱਚ ਆਤਮ ਵਿਸ਼ਵਾਸ ਜਿਹੜਾ ਉਹ ਜਗਾਉਣਾ ਆ, ਤਾਂ ਹੀ ਇੱਕ ਸਫਲ ਵਿਦਿਆਰਥੀ ਬਣ ਸਕਦੇ ਹਾਂ। ਅਤੇ ਸਫਲ ਵਿਦਿਆਰਥੀ ਜਿਹੜਾ ਆ ਉਹੀ ਅੱਗੇ ਜਾ ਕੇ ਇੱਕ ਸਫਲ ਇਨਸਾਨ ਬਣ ਸਕਦਾ ਆ। ਧੰਨਵਾਦ।